ਲੋਕਲ ਰਿਪੋਰਟਸ ਆ ਰਹੀਆਂ ਨੇ ਕਿ ਇਸ ਹਫਤੇ ਸ਼ਿਕਾਗੋ ਤੋਂ ਲੈ ਕੇ ਨਿਊਯਾਰਕ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਮਹਾਤਮਾ ਗਾਂਧੀ ਦੇ ਪੁਤਲੇ ਲੱਗੇ ਹੋਏ ਸੀ ਉਹਨਾਂ ਨੂੰ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਵੈਂਡਲਾਈਜੇਸ਼ਨ ਇਵੈਂਟਸ ਦੇ ਚੱਲਦਿਆਂ ਮਹਾਤਮਾ ਗਾਂਧੀ ਦੇ ਪੁਤਲਿਆਂ ਦੇ ਉੱਤੇ ਕੱਪੜੇ ਪਾਏ ਗਏ ਜਿਨ੍ਹਾਂ ਕੱਪੜਿਆਂ ਦੇ ਉੱਤੇ ਲਿਖਿਆ ਸੀ ਕਿ ਮੈਂ ਇੱਕ ਬਲਾਤਕਾਰੀ ਹਾਂ ਤੇ ਮੈਂ ਇੱਕ ਬਲਾਤਕਾਰੀ ਦੇਸ਼ ਦਾ ਰਾਸ਼ਟਰਪਿਤਾ ਹਾਂ। ਇੰਡੀਅਨ ਜਨਰਲ ਕੌਂਸਲੇਟ ਨੇ ਇਸ ਇਵੈਂਟ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਤੇ ਇਹ ਜਤਾਇਆ ਕਿ ਇਹੋ ਜਿਹੇ ਕੌਨਫਲਿਕਟਸ ਨਾ ਸਿਰਫ ਪੂਰੀ ਦੀ ਪੂਰੀ ਇੰਡੀਅਨ ਕੌਮ ਨੂੰ ਬਦਨਾਮ ਕਰਦੇ ਨੇ ਬਲਕਿ ਜੋ ਇੰਡੀਆ ਦੇ ਵਿੱਚ ਡਿਫਰੈਂਟ ਕਲਚਰਸ ਜਾਂ ਫਿਰ ਡਿਫਰੈਂਟ ਰਿਲੀਜਨਸ ਦੇ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਨਫ਼ਰਤ ਵਧਾਉਂਦੇ ਨੇ। ਇਸ ਦੇ ਨਾਲ ਨਾਲ ਕੌਂਸਲੇਟ ਜਨਰਲ ਵੱਲੋਂ ਲੋਕਲ ਅਥਾਰਟੀਜ਼ ਦੇ ਨਾਲ ਮਿਲ ਕੇ ਇਹ ਰਿਕੁਐਸਟ ਕੀਤੀ ਗਈ ਕਿ ਇਹਨਾਂ ਇਵੈਂਟਸ ਦੇ ਉੱਤੇ ਖਾਸ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜੋ ਲੋਕ ਜਿਨ੍ਹਾਂ ਨੂੰ ਇਸ ਵੇਲੇ ਅਨਨੋਨ ਪਰਸਨ ਦੱਸਿਆ ਜਾਂਦਾ ਹੈ ਉਹਨਾਂ ਖਿਲਾਫ ਕੋਈ ਸਟੈਪ ਚੁੱਕਿਆ ਜਾਵੇ। ਦੱਸਿਆ ਜਾਵੇ ਤੇ ਇਹ ਇਵੈਂਟਸ 26 ਜਨਵਰੀ ਜੋ ਦਿੱਲੀ ਦੇ ਵਿੱਚ ਬਲਾਤਕਾਰ ਕੇਸ ਹੋਇਆ ਸੀਗਾ ਉਸ ਤੋਂ ਬਾਅਦ ਸ਼ੁਰੂ ਹੋਏ। 26 ਜਨਵਰੀ ਦਿੱਲੀ ਦੇ ਵਿੱਚ ਇੱਕ 20 ਸਾਲਾਂ ਔਰਤ ਵੀ ਨਹੀਂ 20 ਸਾਲਾਂ ਦੀ ਇੱਕ ਬੱਚੀ ਦੇ ਨਾਲ ਗੈਂਗ ਰੇਪ ਕੀਤਾ ਗਿਆ। ਉਸ ਤੋਂ ਬਾਅਦ ਉਸ ਬੱਚੀ ਨੂੰ ਕੁੱਟਿਆ ਗਿਆ, ਕੁੱਟ ਕੇ ਉਸ ਦੇ ਉੱਤੇ ਕਾਲਕ ਲਗਾਈ ਗਈ ਤੇ ਉਸ ਨੂੰ ਜੁੱਤੀਆਂ ਦਾ ਹਾਰ ਪਹਿਨਾ ਕੇ ਦਿੱਲੀ ਦੀਆਂ ਸੜਕਾਂ ਦੇ ਵਿੱਚ ਉਹਦਾ ਜਲੂਸ ਕੱਢਿਆ ਗਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਵੀ ਹਿੰਦੁਸਤਾਨ ਦੀ ਕੋਈ ਧੀ ਸੁਰੱਖਿਅਤ ਨਹੀਂ ਹੈ। ਇਸ ਬਲਾਤਕਾਰ ਕੇਸ ਦੇ ਪਿੱਛੇ ਕਹਾਣੀ ਇਹ ਸੀ ਕਿ ਇੱਕ ਬੱਚੀ 20 ਸਾਲਾਂ ਦੀ ਸ਼ਾਦੀशुदा ਸੀ, ਕਿਸੇ ਦੀ ਧੀ ਸੀ, ਕਿਸੇ ਦੀ ਪਤਨੀ ਸੀ ਤੇ ਉੱਤੋਂ ਕਿਸੇ ਦੀ ਮਾਂ ਵੀ ਸੀ। ਫਿਰ ਵੀ ਇੱਕ ਵਨ ਸਾਈਡਡ ਸਟਰੀਟ ਰੋਮੀਓ ਉਸ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸ ਤੋਂ ਉਸ ਦੀ ਨਾ ਬਰਦਾਸ਼ਤ ਨਹੀਂ ਹੋਈ ਤੇ ਆਪਣੀ ਜਾਨ ਦੇਂਦਿਆਂ ਸਾਰਾ ਕਸੂਰ ਉਸ ਬੱਚੀ ਦੇ ਉੱਤੇ ਮੜ ਗਿਆ ਤੇ ਉਸ ਤੋਂ ਵੀ ਛੋਟੀ ਸੋਚ ਉਸ ਬੰਦੇ ਦੇ ਪਰਿਵਾਰ ਦੀ ਸੀ, ਉਹਨਾਂ ਔਰਤਾਂ ਦੀ ਸੀ ਜੋ ਕਿ ਇਸ ਖੌਫਨਾਕ ਇਵੈਂਟ ਦਾ ਹਿੱਸਾ ਰਹੀਆਂ ਜਿਨ੍ਹਾਂ ਨੇ ਆਪਣੇ ਬੱਚੇ ਦੀ ਮੌਤ ਇੱਕ ਮਾਂ ਤੋਂ ਲਈ ਤੇ ਉਸ ਮਾਂ ਦੇ ਨਾਲ ਐਡੀ ਜ਼ਿਆਦਤੀ ਕੀਤੀ। ਇਸ ਇਵੈਂਟ ਤੋਂ ਬਾਅਦ ਸਿੱਖ ਡਿਆਸਪੋਰਾ ਤੇ ਪੰਜਾਬੀ ਡਿਆਸਪੋਰਾ ਜੋ ਵੀ NRIs ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਬਹੁਤ ਜ਼ਿਆਦਾ ਰੋਸ ਪ੍ਰਦਰਸ਼ਨ ਕੀਤਾ। ਰੋਸ ਜਤਾਉਂਦਿਆਂ ਕਈਆਂ ਨੇ ਇਹ ਵੀ ਕਿਹਾ ਕਿ ਇਹ ਸਿਰਫ ਇੱਕ ਕੁੜੀ ਹੋਣ ਦਾ ਮਾਮਲਾ ਨਹੀਂ, ਇਹ ਇੱਕ ਸਿੱਖ ਹੋਣ ਦਾ ਮਾਮਲਾ ਵੀ ਹੈ ਕਿਉਂਕਿ ਉਸ ਬੱਚੀ ਦੇ ਬਲਾਤਕਾਰ ਤੋਂ ਬਾਅਦ ਉਸ ਬੱਚੀ ਦੇ ਕੇਸ ਤੱਕ ਕੱਟ ਦਿੱਤੇ ਗਏ ਸੀ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੰਡੀਆ ਦੇ ਵਿੱਚ ਕੋਈ ਵੀ ਚੀਜ਼ ਇੱਕ ਫੈਕਟਰ ਨਾਲ ਰਿਲੇਟਡ ਨਹੀਂ ਹੁੰਦੀ। ਜੇ ਗੱਲ ਕਰੀਏ ਤੇ ਲੋਕਾਂ ਦੇ ਓਪੀਨੀਅਨਸ ਇਹ ਨੇ ਵੀ ਔਰਤਾਂ ਤਾਂ ਅਨਸੇਫ ਹੈ ਹੀ ਬਟ ਮਾਈਨੋਰਿਟੀ ਦੀਆਂ ਔਰਤਾਂ ਉੱਥੇ ਹੋਰ ਵੀ ਜ਼ਿਆਦਾ ਅਨਸੇਫ ਨੇ। ਹੁਣ ਇਹ ਅਸੀਂ ਨਹੀਂ ਕਹਿ ਸਕਦੇ ਕਿ ਜੋ ਮਹਾਤਮਾ ਗਾਂਧੀ ਦੇ ਪੁਤਲਿਆਂ ਦੇ ਨਾਲ ਵੈਂਡਲਾਈਜੇਸ਼ਨ ਹੋਈ ਹੈ ਕਿ ਡਾਇਰੈਕਟਲੀ ਉਹ ਇਸ ਕੇਸ ਦੇ ਨਾਲ ਰਿਲੇਟਡ ਹੈ ਜਾਂ ਨਹੀਂ ਤੇ ਕੀ ਉਹ ਸਹੀ ਹੈ ਕਿ ਕਿਸੇ ਦੇਸ਼ ਦੇ ਆਈਕਨ ਦੇ ਉੱਤੇ ਇੱਦਾਂ ਦੇ ਵੈਂਡਲਾਈਜੇਸ਼ਨ ਕੌਨਫਲਿਕਟਸ ਕਰਨੇ ਉਸ ਕੁੜੀ ਨੂੰ ਜਸਟਿਸ ਦਿਲਾ ਪਾਓਗੇ। And I'm saying this because is more hate going to help the victim? Especially ਜੇ ਆਪਾਂ ਇਹ ਕਹਿ ਰਹੇ ਹਾਂ ਕਿ ਉਹ ਕੁੜੀ ਜੋ ਇੰਨੇ ਖੌਫਨਾਕ ਇਵੈਂਟ ਨੂੰ ਫੇਸ ਕਰ ਚੁੱਕੀ ਹੈ, ਜਿਹਦਾ ਰੇਪ ਹੋਇਆ ਹੈ, ਉਹ ਸਿਰਫ ਇਸ ਲਈ ਨਹੀਂ ਹੋਇਆ ਕਿਉਂਕਿ ਉਹ ਇੱਕ ਕੁੜੀ ਸੀ ਬਟ ਇਸ ਲਈ ਵੀ ਹੋਇਆ ਕਿਉਂਕਿ ਉਹ ਇੱਕ ਸਿੱਖ ਕੁੜੀ ਸੀ। ਤੇ ਕੀ ਇੱਦਾਂ ਦੇ ਕੰਮ ਕਰਕੇ ਆਪਾਂ ਉਸ ਕੁੜੀ ਨੂੰ ਜਸਟਿਸ ਦਿਲਾ ਪਾਵਾਂਗੇ?
ਤੇ ਉਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਉਸ ਕੁੜੀ ਨੂੰ ਜਸਟਿਸ ਮਿਲੇਗਾ ਕਿੱਥੇ? ਕਿੱਥੇ ਆ ਸਰਕਾਰ? ਸਰਕਾਰ ਕਿਉਂ ਨਹੀਂ ਬੋਲ ਰਹੀ? ਜੇ ਜਾਤ ਪਾਤ ਦਾ ਮਾਮਲਾ ਹੈ ਵੀ ਨਹੀਂ ਤਾਂ ਵੀ ਸਰਕਾਰ ਸਟੈਪ ਇਨ ਕਿਉਂ ਨਹੀਂ ਕਰ ਰਹੀ? ਕਿਉਂਕਿ ਐਟ ਦੀ ਐਂਡ ਆਫ ਦ ਡੇ ਜੇ ਨਾ ਕਹਿਣ ਦਾ ਅੰਜਾਮ ਇਹ ਹੁੰਦਾ ਹੈ ਤੇ ਦੁਨੀਆ ਦੀ ਕੋਈ ਵੀ ਕੁੜੀ ਕਿਸੇ ਵੀ ਕੋਨੇ ਦੇ ਵਿੱਚ ਬੈਠੀ ਹੋਈ ਸੇਫ ਨਹੀਂ ਮਹਿਸੂਸ ਕਰ ਸਕਦੀ, ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਭਾਵੇਂ ਉਹ ਸਿੱਖ ਹੋਵੇ। ਉਸ ਕੁੜੀ ਨੂੰ ਸਿਰਫ ਇੱਕ ਨਾ ਕਹਿਣ ਦੇ ਬਦਲੇ ਇੰਨੀ ਬਦਨਾਮੀ ਤੇ ਦੁਨੀਆ ਦਾ ਐਡਾ ਖੌਫਨਾਕ ਚਿਹਰਾ ਦੇਖਣਾ ਪਿਆ। ਬਹੁਤ ਵਧੀਆ ਗੱਲ ਹੈ ਕਿ ਦੁਨੀਆ ਭਰ ਦੇ ਲੋਕ ਇਕੱਠੇ ਹੋ ਰਹੇ ਨੇ ਤੇ ਉਸ ਕੁੜੀ ਦੇ ਲਈ ਜਸਟਿਸ ਮੰਗ ਰਹੇ ਨੇ, ਪਰ ਜਸਟਿਸ ਕਿਸ ਤਰ੍ਹਾਂ ਆਵੇਗਾ? ਕਿ ਇਦਾਂ ਦੇ ਰੋਸ ਮੁਜ਼ਾਹਰੇ ਕਰਕੇ ਜਸਟਿਸ ਆਵੇਗਾ ਜਾਂ ਫਿਰ ਸਰਕਾਰ ਦੇ ਨਾਲ ਲੜ ਕੇ ਜਸਟਿਸ ਆਵੇਗਾ ਜਾਂ ਫਿਰ ਸਰਕਾਰ ਦੇ ਨਾਲ ਸਲਾਹ ਲੈ ਕੇ ਜਸਟਿਸ ਆਵੇਗਾ? ਕਿਉਂਕਿ ਇਸ ਵੇਲੇ ਪੋਲੀਟੀਕਲ ਗੇਮਸ ਜਾਂ ਫਿਰ ਸੋਸ਼ਲ ਗੇਮਸ ਖੇਡਣ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਵੀ ਉਸ ਕੁੜੀ ਦੇ ਫਿਊਚਰ ਦੇ ਨਾਲ ਅੱਗੇ ਕੀ ਹੋਵੇਗਾ। ਉਸ ਕੁੜੀ ਦੀ ਜੋ ਲਾਈਫ ਸੀ ਉਹ ਦੁਬਾਰਾ ਤੋਂ ਨੋਰਮਲ ਕਿਵੇਂ ਹੋਵੇਗੀ ਤੇ ਕਿਵੇਂ ਉਸ ਕੁੜੀ ਨੂੰ ਜਸਟਿਸ ਮਿਲੇਗਾ।